ਹੌਲੀ ਹੌਲੀ ਸਾਨੂੰ ਫਿਰ ਇਹਦਾ ਸਵਾਦ ਇਹ ਪੈ ਗਿਆ ਵੀ ਪੈਸੇ ਨਾਲ ਪੈ ਰਲਣੇ, ਤਨਖਾਹ ਕਿੰਨੀ ਹੁੰਦੀ ਹੈ ਮੁਲਾਜ਼ਮ ਦੀ। ਹੁਣ ਨੂੰ ਤੇ ਜੇ ਸਾਡੇ ਅਸੀਂ ਵੇਚਦੇ ਨਾ ਸਾਡੇ ਕੋਲ 100 ਬਾਅਦ ਗਾਂ ਹੋਣੀ ਸੀ। ठीक, बिस्मिल्लाहिर्रहमानिर्रहीम। अस्सलाम वालेकुम नाजरीन, तमाम दोस्त अहबाब को फार्मिंग टिप्स यूट्यूब चैनल में खुशामदीद। दोस्तों, आज हमारी खुशकिस्मती है कि मैं एक पढ़े लिखे मास्टर अजहर साहब के पास मौजूद हूँ। माशाल्लाह ये कामयाब डेयरी फार्मर हैं। इन्होंने सिर्फ़ और सिर्फ एक भैंस और एक गाय से ये काम शुरू किया था और अब अल्हम्दुलिल्लाह 45 के करीब इनके पास जानवर हैं। इनके फार्म की खास बात यह है कि इनकी जो भैंसें हैं वो 18-18, 20-20 किलो दूध देती हैं। तो दोस्तों, मास्टर अजहर साहब से ये भी पूछा जाएगा कि ये अपने जानवरों को क्या खिलाते हैं कि इनके जानवर 18-18, 20-20 किलो दूध देते हैं। ये जानवरों की सेवा पर डिपेंड करता है, यहाँ के जानवरों की अच्छी नस्ल पर डिपेंड करता है। तो आज की इस वीडियो में मास्टर साहब से डेयरी फार्म के हवाले से एक तफसीली इंटरव्यू किया जाएगा। तो वीडियो को मुकम्मल लाजमी देखें, इंशाअल्लाह अज़्वजल फ़ायदा ज़रूर होगा। तो दोस्तों, के जानवर फार्म और शेड मुकम्मल तौर पर इंटरव्यू के दौरान ही दिखाऊंगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। सर की हाल है? शुक्र है अल्लाह ताला दा। सब तो पहले अपना ते अपने इलाके दा तारफ करवा दियो। मेरा नाम मास्टर अजहर हुसैन है, पिंड नजोतर, तहसील जिला सियालकोट है। मास्टर जी, माशाल्लाह तुसी जानवर रखे ने ਤੇ ਤੁਹਾਨੂੰ ਕਿੱਥੋਂ ਖਿਆਲ ਆਇਆ? ਪੜ੍ਹੇ ਲਿਖੇ ਤੁਸੀਂ ਫਾਰਮਰ ਹੋ। ਅਸੀਂ ਵੇਖਿਆ ਕਿ ਇਹ ਫੀਲਡ ਵਿੱਚ ਅਕਸਰੀਅਤ ਅਨਪੜ੍ਹ ਲੋਕ ਨੇ, ਪੜ੍ਹੇ ਲਿਖੇ ਲੋਕ ਕੰਮ ਨੇ। ਤੇ ਤੁਹਾਨੂੰ ਕਿੱਥੋਂ ਖਿਆਲ ਆਇਆ ਕਿ ਤੁਸੀਂ ਜਾਨਵਰਾਂ ਦਾ ਕਾਰੋਬਾਰ ਸ਼ੁਰੂ ਕਰ ਲਿਆ? ਖਿਆਲ ਇਹ ਆਇਆ ਕਿ ਅਸੀਂ ਸਕੂਲ ਟੀਚਰ ਸਾਂ ਜੀ, ਤੇ ਮੱਝ ਰੱਖੀ ਹੁੰਦੀ ਸੀ 1-2, ਤੇ ਵੇਲਿਆਂ ਮੁੰਡਿਆਂ ਵੀ ਆ ਕੇ ਸਕੂਲੋਂ ਵੇਲਿਆਂ ਫਿਰਨਾ, ਮੈਂ ਵੀ ਵੇਲਾ ਹੀ। ਤੇ ਮੈਨੂੰ ਖਿਆਲ ਇਹ ਆਇਆ, ਮੈਂ ਕਿਹਾ ਚਲੋ ਇਹ ਅੱਲਾ ਜੇ ਕਰਮ ਕਰੇ ਤੇ ਇਹਨਾਂ ਕੱਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ। ਅੱਲਾ ਦਾ ਬੜਾ ਫਜ਼ਲ ਹੈ ਕਿ ਸਾਡੇ ਕੋਲ 60-70 ਡੰਗਰ ਹੋ ਗਏ ਤੇ ਘਰ ਦੇ ਹੀ ਨੇ ਸਾਰੇ, ਮਾਸ਼ਾਅੱਲਾ। ਨਸਲੀ ਨੇ। ਸਾਡਾ ਝੋਟਾ ਵੀ ਵਿੱਚ ਆਪਣਾ ਰੱਖਿਆ, ਵਹਿੜਾ ਵੀ ਮਈ ਗਾਈਆਂ ਲਈ ਰੱਖਿਆ ਤੇ ਬੜਾ ਅੱਲਾ ਦਾ ਫਜ਼ਲ ਹੈ। ਹੌਲੀ ਹੌਲੀ ਸਾਨੂੰ ਫਿਰ ਇਹਦਾ ਸਵਾਦ ਇਹ ਪੈ ਗਿਆ ਵੀ ਪੈਸੇ ਨਾਲ ਪੈ ਰਲਣੇ, ਤਨਖਾਹ ਕਿੰਨੀ ਹੁੰਦੀ ਹੈ ਮੁਲਾਜ਼ਮ ਦੀ। ਠੀਕ ਹੈ। ਤੇ ਇਸ ਵੇਲੇ ਅੱਲਾ ਦਾ ਫਜ਼ਲ ਹੈ। ਚਲੋ ਜਿਵੇਂ ਸਾਡੀ ਏਡੀ ਕੋਨੇ ਇੱਥੇ ਸਿਆਲਕੋਟ ਦੀ ਜ਼ਮੀਨਾਂ ਕਾਹਦੀਆਂ ਨੇ, ਥੋੜ੍ਹੀਆਂ ਜ਼ਮੀਨਾਂ ਨੇ। ਯਾਨੀ ਕਿ ਤੁਸੀਂ ਸਕੂਲ ਤੋਂ ਬਾਅਦ ਆਪਣੇ ਆਪ ਨੂੰ ਵੀ ਮਸਰੂਫ ਕੀਤਾ ਤੇ ਆਪਣੇ ਬੱਚਿਆਂ ਨੂੰ ਵੀ ਮਸਰੂਫ ਕੀਤਾ। ਮੁਆਸ਼ਰੇ ਦੇ ਵਿੱਚ ਕਬਾਸਤਾਂ ਤੇ ਨਸ਼ੇ ਤੇ ਲੱਗ ਜਾਣਾ, ਫਜ਼ੂਲ ਮੁੰਡਿਆਂ ਨਾਲ ਫਿਰਨਾ, ਸੁਸਾਇਟੀਆਂ ਭੈੜੀਆਂ ਜੀ ਮੁੰਡਿਆਂ ਪੈਣਾ, ਤੇ ਮੁੰਡਿਆਂ ਹੋਣਾ ਤੇ ਆ ਕੇ ਪੜ੍ਹ ਕੇ ਤੇ ਨਾਲ ਡੇਰੇ ਤੇ ਆ ਜਾਣਾ, ਮੈਂ ਵੀ ਆ ਜਾਣਾ। ਫਿਰ ਥੱਕਿਆ ਇਹਨਾਂ ਸੌ ਰਹਿਣਾ ਸਕੂਲ ਦਾ ਹੋਮਵਰਕ ਕਰਕੇ। ਚਲੋ ਸ਼ੁਕਰ ਹੈ ਅੱਲਾ ਦਾ, ਬੱਚੇ ਪੜ੍ਹ ਪੁੜ ਗਏ ਨੇ, ਮੈਂ ਹੁਣ ਰਿਟਾਇਰ ਹੋ ਗਿਆ, ਹੁਣ ਤਾਂ ਮੈਂ ਹੁੰਦਾ ਹੀ ਡੇਰੇ ਤੇ ਆ। ਠੀਕ ਹੈ। ਤੇ ਉਹਦਾ ਬੜਾ ਆਸਾਨ ਹੈ, ਅੱਲਾ ਦਾ ਨੌਕਰ ਖੂਹ ਤੇ ਰੱਖਿਆ ਹੋਣਾ ਇੱਕ ਅੱਧਾ। ਠੀਕ ਹੈ। ਇਹ ਬੜੀ ਪ੍ਰੋਬਲਮ ਹੈ ਵੀ ਨੌਕਰ ਨੱਸ ਜਾਂਦੇ ਨੇ ਜਦੋਂ ਥੋੜੀ ਜਿਹੀ ਭਾਰੀ ਬਣੇ ਨਾ ਉਹਨਾਂ ਨੂੰ। ਅੱਛਾ। ਉਹ ਬੜਾ ਖਰਾਬ ਕਰਦੇ ਨੇ, ਨੱਸ ਜਾਂਦੇ। ਠੀਕ ਹੈ। ਯਾਨੀ ਕਿ ਜਿਹੜੇ ਡੇਅਰੀ ਫਾਰਮਰ ਨੇ ਉਹਨਾਂ ਨੂੰ ਇੱਕ ਮਸਲਾ ਵੀ ਹੁੰਦਾ ਕਿ ਉਹ ਨੌਕਰ ਨਹੀਂ ਟਿਕਦੇ ਆ। ਨੌਕਰ ਬਹੁਤ ਸਾਰਾ ਖਰਾਬ ਤੇ ਨੁਕਸਾਨ ਕਰ ਛੱਡਦੇ ਨੇ। ਅਸੀਂ ਤੇ ਆਪ ਕਰਨੇ ਆ ਨਾਲ, ਤੇ ਤਾਂ ਸਾਡਾ ਨੁਕਸਾਨ ਨਹੀਂ ਹੁੰਦਾ। ਠੀਕ ਹੈ। ਔਰ ਬੱਚੇ ਜਾਂ ਮੈਂ ਨਾ ਕਰੀਏ ਤੇ ਨੁਕਸਾਨ ਹੋ ਜਾਂਦਾ ਫਿਰ ਤੇ। ਜੀ ਜੀ। ਕਿਉਂਕਿ ਇਹਨਾਂ ਨੇ ਮੰਗਣਾ ਖਾਣ ਨੂੰ ਵੀ, ਮੌਸਮ ਦੇ ਮੁਤਾਬਕ ਇਹਨਾਂ ਲਈ ਕਮਰੇ ਵੀ ਚਾਹੀਦੇ ਨੇ। ਹੁਣ ਮੇਰਾ ਕਨਾਲ ਥਾਂ ਤੇ ਛੱਤੇ ਆ ਜਿਹਦੇ ਵਿੱਚ ਉਹ ਡੰਗਰ ਹੁੰਦੇ ਨੇ ਸਰਦੀਆਂ ਚ, ਜੀ ਜੀ, ਗਰਮੀਆਂ ਚ ਛਾਵੇਂ ਵੀ। ਤੇ ਸ਼ੁਕਰ ਹੈ ਉਸ ਜ਼ਾਤ ਦਾ। ਤੇ ਸਰ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ ਕਰਦੇ ਹੋ? ਹੋ ਗਏ ਨੇ ਮੈਨੂੰ 30 ਸਾਲ। ਹਾਂ। ਤੇ ਮਾਸ਼ਾਅੱਲਾ ਇਸ ਟਾਈਮ ਕਿੰਨੇ ਜਾਨਵਰ ਨੇ? ਹੁਣ ਵੇਚਣ ਹੈ ਮੇਰੇ ਕੋਲ 60-70 ਜਾਨਵਰ ਸਨ ਤੇ ਮੁੰਡੇ ਬਾਹਰ ਟੁਰ ਗਏ ਜੀ। ਹੁਣ 45 ਨੇ। ਅੱਛਾ। ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ ਨੇ? ਮੇਰੇ ਕੋਲ 13 ਮਈਆਂ ਨੇ ਤੇ 6-7 ਗਾਈਆਂ ਨੇ। ਇੱਕ ਅਗਲੇ ਦਿਨ ਮਾਰ ਗਏ ਸੀ, ਹੁਣ 6 ਨੇ। ਯਾਨੀ ਕਿ ਵੱਡੇ ਜਾਨਵਰ 20 ਤੇ ਛੋਟੇ ਮੋਟੇ ਜਾਨਵਰ ਪਾ ਕੇ ਕੋਈ 35-40 ਹੈ ਨੇ? ਨਹੀਂ, 45 ਮਾਸ਼ਾਅੱਲਾ 45 ਜਾਨਵਰ ਨੇ। 7 ਵਹਿੜੇ ਨੇ, ਕੱਟੇ ਨੇ, ਵਹਿੜੀਆਂ ਨੇ, ਕਟੀਆਂ ਨੇ 5-7। ਠੀਕ ਹੈ। ਮਾਸ਼ਾਅੱਲਾ ਸਰ, ਤੁਸੀਂ ਕਾਮਯਾਬ ਜਿਹੜਾ ਨਾ ਡੇਅਰੀ ਫਾਰਮਰ ਹੋ ਕਿ ਇੱਕ ਮੱਝ ਤੇ ਇੱਕ ਗਾਂ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੀ। ਇਸ ਟਾਈਮ ਅੱਲਾਹ ਪਾਕ ਨੇ ਬਰਕਤ ਪਾਈ ਹੈ ਕਿ 45 ਦੇ ਕਰੀਬ ਜਾਨਵਰ ਨੇ ਤੇ ਕੁਝ ਜਾਨਵਰ ਤੁਸੀਂ ਸੇਲ ਵੀ ਕਰ ਦਿੱਤੇ। ਬਿਲਕੁਲ। ਇੱਕ ਵਾਰੀ ਇੱਕ ਸਪਰੇ ਵਾਲੀ ਦਵਾਈ ਦੇ ਗਿਆ, ਮਰ ਗਈਆਂ ਮਈਆਂ 5-4 ਚੰਗੀਆਂ ਜਿਹੜੀਆਂ ਹਨ। ਪੱਠੇ ਵੇ ਜਦੋਂ ਨਾ ਹੋਣ ਆਪਣੇ ਤੇ ਫਿਰ ਲੈ ਲੈਣੇ। ਠੀਕ ਹੈ। ਰੇੜਾ ਮੰਗਾ ਲੈਣਾ। ਤੇ ਜਿਹੜੀਆਂ ਮੱਝਾਂ ਨੇ ਤੁਹਾਡੇ ਕੋਲ ਉਹ ਕਿਹੜੀ ਨਸਲ ਦੀਆਂ ਨੇ?
ਨਸਲ ਇਹ ਅਸਲ 'ਚ ਸਾਡੇ ਕ੍ਰਾਸ ਗਾਂ ਤੇ ਕ੍ਰਾਸ ਚੰਗੀ ਰਹਿੰਦੀ ਹੈ। ਅੱਛਾ, ਪਿਓਰ ਬਲੈਤਨ ਜਿਹੜੀ ਉਹ ਬਰਦਾਸ਼ਤ ਮੌਸਮ ਨੂੰ ਨਹੀਂ ਕਰਦੀ, ਯਾਨੀ ਕਿ ਉਹ ਗਰਮੀ ਜ਼ਿਆਦਾ ਹੋਏ ਉਹਨੂੰ ਬਰਦਾਸ਼ਤ ਨਹੀਂ ਕਰਦੀ। ਤੇ ਕ੍ਰਾਸ ਗਾਈਆਂ ਨੇ ਸਾਹੀਵਾਲ ਤੇ ਬਲੈਤਨਾ। ਤੇ ਜਿਹੜੀਆਂ ਮੱਝਾਂ ਨੇ ਉਹ ਕਿਹੜੀਆਂ ਨੇ? ਮੱਝਾਂ ਤੇ ਉਧਰ ਦੀਆਂ ਨੇ, ਨੀਲੀ ਰਾਵੀ ਵਾਲੀਆਂ ਆਈਆਂ ਨੇ, ਸਾਡੀਆਂ ਤਾਂ ਘਰ ਦੀਆਂ ਨੇ। ਅਸੀਂ ਹੁਣ ਪਏ ਆਖੀਏ ਪਿਆ ਨੀਲੀ ਚੋਂ ਜੀ, ਇਹ ਵਡੇਰੀ ਮਾਂ ਇਹਨਾਂ ਦੀ ਆਂਦੀ ਸੀ ਉਧਰੋਂ। ਠੀਕ ਹੈ, ਵਪਾਰੀਆਂ ਕੋਲ ਲਏ ਸੀ ਤੇ 20 ਸਿਰ ਵੀ ਦੁੱਧ ਮਈਆਂ ਕਰ ਜਾਂਦੀਆਂ ਨੇ ਸਾਡੀਆਂ। ਮਾਸ਼ਾਅੱਲਾ ਮਾਸ਼ਾਅੱਲਾ, 20 ਸਿਰ ਮੱਝ ਦਾ ਦੁੱਧ ਕਾਫੀ ਜ਼ਿਆਦਾ ਹੁੰਦਾ ਹੈ। ਜਿਹੜੀ ਨੀਲੀ ਰਾਵੀ ਦੀ ਮੱਝ ਏ, ਆਮ ਬੰਦੇ ਨੂੰ ਕਿੰਜ ਪਤਾ ਚੱਲੇ ਕਿ ਇਹ ਨੀਲੀ ਦੀ ਮੱਝ ਏ? ਉਹਦੀ ਕੋਈ ਖਾਸ ਪਹਿਚਾਣ ਜਾਂ ਖੂਬੀ ਹੈ ਵੇ? ਮੱਝ ਦਾ ਅਸਲ 'ਚ ਪਛਾਣ ਸ਼ਨਾਖਤ ਕਿਸੇ ਬੰਦੇ ਨੂੰ ਨਹੀਂ। ਅੱਛਾ, ਇਹ ਭਈ ਮੱਝ ਤੇ ਹੁੰਦੀ ਜਿਹੜੀ ਦੁੱਧ ਹੈ। ਅੱਛਾ, ਕਈ ਲੋਕ ਇਹ ਆਂਦੇ ਨੇ ਸਿੰਘ ਇੰਝ ਹੋਣ, ਪੂਛਲ ਚਿੱਟੀ ਹੋਵੇ, ਲੰਮੀ ਹੋਵੇ। ਅਸੀਂ ਉਹਨੂੰ ਪਸੰਦ ਕਰਨੇ ਆ ਵੀ ਜਿਹੜੀ ਦੁੱਧ ਚੰਗਾ ਦੇ। ਜੀ ਜੀ ਸਰ, ਸਾਡਾ ਇਲਾਕਾ ਸਿਆਲਕੋਟ ਦਾ ਜਿਹੜਾ ਨਾ ਸ਼ਹਿਰੀ ਇਲਾਕਾ ਹੈ ਤੇ ਅਮੀਰ ਤਰੀਨ ਲੋਕ ਨੇ ਇੱਥੇ। ਸਾਡੇ ਵਾਰਾ ਹੀ ਨਹੀਂ ਖਾਂਦੀ ਜਿਹੜੀ 10 ਕਿਲੋਆਂ ਦਾ ਦੁੱਧ ਮਹੀਂ ਘੱਟਦੇ। ਬੜੀ ਅੱਛੀ ਗੱਲ ਕੀਤੀ, ਗੁਜ਼ਰ ਹੀ ਨਹੀਂ ਕਰਦੀ ਪਿਆ ਆਪਣਾ ਆਪ ਟੋਰੇ ਹੋ ਕਿ ਜੇ ਮਾਲਕ ਨੂੰ ਮੁਨਾਫਾ ਫੇ ਕਿੱਥੋਂ ਦੇਣਾ ਉਹਨੇ। ਜੀ ਜੀ, ਸਾਨੂੰ 10 ਕਿਲੋਆਂ ਤੋਂ ਜਿਹੜੀ ਵੱਧ ਮਹੀਂ ਦੁੱਧ ਦੇ ਨਾ, ਅਸੀਂ ਕੱਟੀਆਂ ਪਾਲਦੇ ਜਿਹੜੀਆਂ ਅੱਛੀਆਂ ਮਈਆਂ ਨੇ ਨਾ, ਚੰਗਾ ਦੁੱਧ ਦੇਣ ਵਾਲੀਆਂ। ਜੀ ਜੀ, ਉਹਨਾਂ ਦੀਆਂ ਕੱਟੀਆਂ ਪਾਲਦੇ ਆ ਤੇ ਫਿਰ ਉਹ ਕੱਟੀਆਂ ਵੀ ਅੱਗੋਂ ਬਹੁਤਾ ਦੁੱਧ ਦਿੰਦੀਆਂ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਨੀਲੀ ਰਾਵੀ ਦੀ ਕੋਈ ਥੋੜੀ ਜਿਹੀ ਖੂਬੀ ਦਾ ਛੜੋਹਾਂ ਦੀ ਪਹਿਚਾਣ ਦੱਸ ਦਿਓ ਤੁਸੀਂ, ਵੀਡੀਓ ਸ਼ੁਰੂ ਹੋਣ ਤੋਂ ਪਹਿਲੇ ਦੱਸ ਦਿਓ, ਬੜੀ ਅੱਛੀ ਗੱਲ। ਨਹੀਂ, ਉਹਨਾਂ ਦੀ ਪਛਾਣ ਇਹ ਹੀ ਹੈ ਕਿ ਉਹ ਜਿਹੜਾ ਇਲਾਕਾ ਹੈ ਨਾ ਜੀ, ਇਹ ਸਾਡੀਆਂ ਮਈਆਂ ਇਸੇ ਵਾਸਤੇ ਦੁੱਧ ਦਿੰਦੀਆਂ ਨੇ। ਇਹਨਾਂ ਦੀ ਜਿਹੜੀ ਨਸਲ ਹੈ ਜਿਸੋਂ ਟੁਰੀ, ਉਹ ਖਾਲਸ ਉਧਰ ਲੁੱਡਣ ਨੀਲੀ ਰਾਵੀ ਦਾ ਇਲਾਕਾ ਸੀ। ਠੀਕ ਹੈ, ਉੱਥੋਂ ਮਈ ਆਈ ਸੀ। ਉਹਦੇ ਵਿੱਚ ਇਹ ਸੀ ਕਿ ਉਹਦੀ ਹੱਡੀ ਇੱਕ ਹੁੰਦੀ ਹੈ ਪਿਛਲੀ। ਅੱਛਾ, ਤੇ ਉਹਦਾ ਬਹਾਨਾ ਜਿਹੜਾ ਥਣ ਬੜੀ ਵੇਚਦੇ ਹੁੰਦੇ ਨੇ ਸਾਡੀਆਂ ਤੇ, ਮੈਂ ਜਦੋਂ ਸੱਜਰੀ ਹੋਵੇ ਤੇ ਦੂਜੇ ਪਾਸੇ ਹੱਥ ਨਹੀਂ ਅੱਪੜਦਾ ਥਣਾਂ ਨੂੰ। ਇਸ ਤਰ੍ਹਾਂ ਮਈਆਂ ਦੇ ਬਹਾਨੇ ਹੁੰਦੇ ਨੇ, ਯਾਨੀ ਕਿ ਵਿਰਲੇ ਤੇ ਹੁੰਦੇ ਨੇ ਉਹ ਜਿਹੜੇ ਵਿਰਲੇ ਥਣ ਹੋਣੇ ਤੇ ਚੰਗੇ ਲੰਮੇ ਬਹਾਨੇ ਹੋਣ। ਮਈਆਂ 18-20 ਸਿਰ ਦੁੱਧ ਕੋਈ ਦਿੰਦੀ ਏ। ਤੇ ਦੂਜੀ ਇਹ ਵੀ ਗੱਲ ਪਿਆ, ਅਸੀਂ ਜਿਹੜੀਆਂ ਮਈਆਂ ਚੰਗੀਆਂ ਦੀਆਂ ਕੱਟੀਆਂ ਨੇ ਨਾ, ਉਹਨਾਂ ਨੂੰ ਦੁੱਧ ਖੁੱਲਾ ਛੱਡਦੇ ਆ। ਠੀਕ ਹੈ, ਜਿੰਨਾ ਪੀ ਲੈਣ। ਤੇ ਫਿਰ ਵੀ 8-8 ਸਿਰ ਮਈਆਂ ਟਾਈਮ ਨਾਲ ਦੁੱਧ ਕਰ ਜਾਂਦੀਆਂ ਨੇ, ਜਾਰ ਨੂੰ ਰੁਝਾ ਕੇ। ਵੀ ਆ ਤੁਹਾਡੇ ਸਾਹਮਣੇ ਨੇ ਜਾ ਸਾਰੇ। ਜੀ ਜੀ, ਤੇ ਬੜਾ ਅੱਲਾ ਦਾ ਫਜ਼ਲ ਹੈ ਦੁੱਧ। ਜੀ ਮਾਸ਼ਾਅੱਲਾ ਸਰ, ਤੁਹਾਡੇ ਜਾਨਵਰ ਸਿਹਤਮੰਦ ਨੇ, ਤੁਸੀਂ ਦੱਸਿਆ ਕਿ ਦੁੱਧ ਵੀ ਜ਼ਿਆਦਾ ਦਿੰਦੇ ਨੇ। ਇਹਨਾਂ ਦੀ ਕੀ ਸੇਵਾ ਕਰਦੇ ਹੋ ਕਿ ਇਹਨਾਂ ਦੀ ਸਿਹਤ ਵੀ ਚੰਗੀ ਹੈ, ਦੁੱਧ ਵੀ ਜ਼ਿਆਦਾ ਦਿੰਦੇ ਨੇ? ਉਹਦੀ ਵਜ੍ਹਾ ਇਹ ਹੀ ਹੈ ਕਿ ਨਾਲ ਅਸੀਂ ਆਪ ਹੀ ਮੌਜੂਦ ਰਹਿੰਦੇ ਆ, ਪਾਣੀ ਧਿਆਨ ਨਾਲ, ਪਾਣੀ ਮੌਸਮ ਦਾ ਖਿਆਲ ਰੱਖਣਾ, ਗਰਮੀ ਸਰਦੀ ਦਾ। ਅੱਛਾ, ਮੇਰਾ ਨੌਕਰਾਂ ਦੇ ਜਿਨ੍ਹਾਂ ਨੇ ਡੇਅਰੀ ਫਾਰਮ ਰੱਖੇ ਨੇ ਨਾ, ਉਹਨਾਂ ਨੂੰ ਸਾਰਾ ਕੁਝ ਵੀ ਉਹ ਕਰਨ ਤੇ ਪਾਣੀ ਨਹੀਂ ਸਹੀ ਇਤਿਆਦ ਨਾਲ ਨੌਕਰ ਡਾਂਦੇ। ਇਹ ਰੋਜ਼ਾਨਾ ਜਾਨਵਰਾਂ ਨੂੰ ਤੁਸੀਂ ਚਾਰੇ ਦੇ ਵਿੱਚ ਕੀ ਖਿਲਾ ਰਹੇ ਹੋ? ਅਸੀਂ ਚਾਰੇ ਦੀ ਕੋਈ ਸ਼ਾਇਦ ਨਹੀਂ ਪਾਉਂਦੇ। ਤੂੜੀ ਤੇ ਵੰਡੇ ਤੇ ਚੋਣੀਆਂ ਨੇ। ਇਹ ਸਬਜ਼ ਚਾਰਾ ਨਹੀਂ ਪਾ ਰਹੇ? ਸਬਜ਼ ਹੀ ਚਾਰਾ ਪਾਉਂਦੇ ਆ, ਜਵਾਰ। ਅੱਛਾ, ਅਸੀਂ ਸਾਡੇ ਤੇ ਪਿੰਡਾਂ 'ਚ ਤੇ ਮਕਈ ਨਹੀਂ ਚੱਲਦੀ, ਸ਼ਹਿਰਾਂ 'ਚ ਚੱਲਦੀ ਹੈ। ਠੀਕ ਹੈ, ਸਾਡੇ ਤੇ ਪਿੰਡਾਂ 'ਚ ਦੁੱਧ ਘੱਟ ਜਾਂਦੀਆਂ ਨੇ। ਰੋਜ਼ਾਨਾ ਦਾ ਇੱਕ ਵੱਡਾ ਜਾਨਵਰ ਕਿੰਨੀ ਜਵਾਰ ਖਾਈ ਜਾਂਦਾ ਹੈ? ਮੇਰੇ ਹਿਸਾਬ ਨਾਲ ਤਾਂ 25 ਕਿਲੋ ਖਾਂਦਾ। 30-25 ਵਿੱਚ ਤੂੜੀ ਮਿਕਸ ਕਰਦੇ ਹੋ ਕਿ ਕੱਲੀ ਜਵਾਰ ਹੀ ਪਾਉਂਦੇ? ਨਹੀਂ, ਕੱਲੀ ਜਵਾਰ। ਤੇ ਤੂੜੀ ਤੇ ਵੰਡਾ ਕਿੰਨਾ ਪਾਉਂਦੇ ਆ? ਤੂੜੀ ਤੇ ਵੰਡਾ ਜਿੰਨਾ ਮਸਲਨ ਦੁੱਧ ਮਹੀਂ ਦਿੰਦੀ ਹੈ ਉਹਦੇ ਮੁਤਾਬਕ ਜਾਂ ਬਰਦਾਸ਼ਤ ਕਰ ਲੈ। ਅੱਛਾ, ਵੰਡਾ ਅਸੀਂ ਥੋੜਾ ਨਹੀਂ ਪਾਉਂਦੇ। ਠੀਕ ਹੈ, ਜਿੰਨਾ ਮਈਆਂ ਬਰਦਾਸ਼ਤ ਕਰ ਲੈਣ ਉਹਨਾਂ ਪਾਈ ਜਾਣੇ। ਤਕਰੀਬਨ 4-5 ਕਿਲੋ ਇੱਕ ਮੱਝ ਨੂੰ, ਸੱਜਰੀ ਨੂੰ ਖੰਗੜੀ ਜਦੋਂ ਹੋ ਜਾਏ ਉਹਨੂੰ ਫਿਰ 2-2.5 ਕਿਲੋ। ਠੀਕ ਹੈ, ਸੱਜਰੀ ਮੱਝ ਨੂੰ ਜ਼ਿਆਦਾ ਦਿੰਦੇ ਹੋ? ਜਿਹੜੀ ਵੀ ਸਰ ਦੇ ਉਹਨੂੰ ਵੰਡਾ ਵੀ ਤਾਂ ਜ਼ਿਆਦਾ ਫਿਰ ਪਾਉਣਾ ਪੈਂਦਾ। ਠੀਕ ਹੈ, ਵੰਡਾ ਤੁਸੀਂ ਕਿਸੇ ਕੰਪਨੀ ਦਾ ਇਸਤੇਮਾਲ ਕਰਦੇ ਹੋ ਜਾਂ ਖੁਦ ਤਿਆਰ ਕੀਤਾ ਜੇ? ਨਹੀਂ, ਅਸੀਂ ਆਪਣੇ ਖਾਲ ਵੜੇਵਿਆਂ ਦੀ ਤੇ ਕਣਕ ਦਲਾ ਲਈ ਦੀ ਵਿੱਚ। ਅੱਛਾ, ਖਾਲ ਵੜੇਵਿਆਂ ਦੀ ਤੇ ਕਣਕ, ਹੋਰ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੋਈ ਚੀਜ਼ ਇਸਤੇਮਾਲ ਕਰਦੇ? ਸ਼ੁਕੜੇ ਸਰੋਂ ਦੀ ਖਾਲ, ਇਹ 4 ਮਿਲਾ ਕੇ ਸਾਰਾ ਵੰਡਾ ਅਸੀਂ ਪਾਉਂਦੇ ਆ। ਇੱਕ ਟਾਈਮ ਦਿੰਦੇ, 2 ਟਾਈਮ ਦਿੰਦੇ ਹੋ? 2 ਟਾਈਮ ਦਿੰਦੇ। ਇਹ ਤੂੜੀ ਦੇ ਨਾਲ ਮਿਕਸ ਕਰਕੇ ਦਿੰਦੇ ਹੋ? ਆਹ ਕੋ ਸੇਰ 2-2 ਸਿਰ ਤੂੜੀ ਪਾ ਲੈਣੀ। ਅੱਛਾ, ਉਸੇ ਵੰਡਾ ਪਾ ਲੈਣਾ। ਪੱਠੇ ਖਾਣ ਦੀ ਉਹਨਾਂ 'ਚ ਤਾਕਤ ਹੀ ਨਹੀਂ ਰਹਿੰਦੀ ਮਈਆਂ 'ਚ ਫਿਰ ਏਡੀ। ਠੀਕ ਹੈ, ਯਾਨੀ ਜਦੋਂ ਵੰਡਾ ਖਾ ਲੈਂਦੇ ਨੇ ਜੀ ਜੀ, ਉਹ ਨਹੀਂ ਉਹਨਾਂ 'ਚ ਏਡੀ ਅੰਗਸ ਰਹਿੰਦੀ ਵੀ ਉਹ ਫਿਰ ਪੱਠੇ ਖਾਣ। 25 ਸਿਰ ਮਣ ਮਹੀਂ ਕੋਈ ਪੱਠੇ ਖਾਂਦੀ ਹੈ। ਠੀਕ ਹੈ, ਯਾਨੀ ਕਿ ਜਿਹੜਾ ਵੰਡਾ ਹੁੰਦਾ ਪਾਵਰਫੁਲ ਹੁੰਦਾ? ਪਾਵਰਫੁਲ ਹੁੰਦਾ। 2 ਟਾਈਮ ਜਦੋਂ ਪਾਵੇ ਤੇ ਦੁਪਹਿਰ ਨੂੰ ਅਸੀਂ ਸਬਜ਼ ਚਾਰਾ ਪਾਉਂਦੇ ਆ। ਠੀਕ ਹੋ ਗਿਆ। 45 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੇ? ਸਾਡੇ ਤੇ 4-5 ਕਿੱਲੇ ਜਵਾਰ ਸੀ। ਅੱਛਾ, ਉਹ ਅਮਰੀਕਨ ਜਵਾਰ ਸਦਾ ਬਹਾਰ ਸੀ, ਉਹ 3-4 ਵਾਰੀ ਹੋਈ ਹੈ। ਠੀਕ ਹੈ, ਹੁਣ ਵੀ ਆ ਸਾਡੀਆਂ ਤੁਹਾਡੇ ਸਾਹਮਣੇ ਖਲੋਤੀਆਂ ਨੇ ਜਵਾਰਾਂ। ਜੀ ਜੀ, ਉਹ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹ ਪਾਉਂਦੇ ਆ। ਠੀਕ ਹੈ। ਅੱਛਾ ਸਰ, ਬੜਾ ਅਹਿਮ ਸਵਾਲ ਇਹ ਪੁੱਛਣ ਲੱਗਾ ਕਿ ਤੁਸੀਂ ਦੱਸਿਆ ਕਿ ਜਿਹੜਾ ਜਾਨਵਰ ਦੁੱਧ ਜ਼ਿਆਦਾ ਦਿੰਦਾ ਉਹਨੂੰ ਵੰਡਾ ਤੁਸੀਂ ਜ਼ਿਆਦਾ ਪਾਉਂਦੇ ਹੋ, ਜਿਹੜਾ ਦੁੱਧ ਕਮ ਦਿੰਦਾ ਉਹਨੂੰ ਕਮ ਵੰਡਾ ਪਾਉਂਦੇ ਹੋ। ਇੱਕ ਜਾਨਵਰ ਜਵਾਰ ਵੀ ਖਾਂਦਾ ਹੈ
ਵੰਡਾ ਵੀ ਖਾਂਦਾ ਹੈ, ਤੂੜੀ ਵੀ ਤੁਸੀਂ ਉਹਨੂੰ ਪਾਉਂਦੇ ਹੋ। ਜਿਹੜਾ ਜਾਨਵਰ ਜ਼ਿਆਦਾ ਦੁੱਧ ਦਿੰਦਾ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ ਹੈ, ਤੇ ਕਮ ਦੁੱਧ ਦੇਣ ਵਾਲੇ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ ਹੈ? ਇਹ ਰੇਸ਼ੋ ਦੇ ਅੱਜ ਥੋੜੀ ਕਦੇ ਕੱਢੀ ਨਹੀਂ। ਅੱਛਾ, ਰੇਸ਼ੋ ਨਹੀਂ ਕੱਢੀ, ਨਾ ਅੰਦਾਜ਼ਾ ਨਹੀਂ ਦੱਸਣਾ। ਮੁਨਾਫਾ ਕੀ ਦਿੰਦੀ ਹੈ ਤੇ ਘਾਟਾ ਕੀ ਪਾਉਂਦੀ ਹੈ, ਮੇਰੇ ਹਿਸਾਬ ਨਾਲ ਭਾਵੇਂ ਉਹ ਜੋ ਮਰਜ਼ੀ ਨਿਰਾ ਵੰਡਾ ਵੀ ਖਾਏ ਨਾ ਮੱਝ ਅੱਛਾ ਜਾਂ ਗਾਂ, ਅੱਧੇ ਪੈਸੇ ਉਹ ਬਚਾਈ ਜਾਂਦੀ ਹੈ। ਠੀਕ ਹੈ, ਯਾਨੀ ਅੱਧੇ ਬਚਾਈ ਜਾਂਦੀ ਹੈ। ਭਾਵੇਂ ਨਿਰਾ ਵੰਡਾ ਵੀ ਪਾ ਕੇ ਵੇਖ ਲਈਏ ਇਹਨਾਂ ਨੂੰ, ਜੋ ਮਰਜ਼ੀ ਖਾਏ, ਠੀਕ ਹੈ, ਅੱਧੇ ਪੈਸੇ ਉਹ ਬਚਾਈ ਜਾਂਦੀ ਹੈ। ਠੀਕ ਹੈ। ਤੁਹਾਡੇ ਫਾਰਮ ਦੀ ਮੈਂ ਇੱਕ ਹੋਰ ਖਸੂਸੀਅਤ ਵੇਖੀ ਕਿ ਤੁਸੀਂ ਮੱਝਾਂ ਤੇ ਗਾਵਾਂ ਇਕੱਠੀਆਂ ਰੱਖੀਆਂ ਨੇ। ਕੁਝ ਲੋਕ ਸਿਰਫ ਮੱਝਾਂ ਰੱਖਦੇ ਨੇ, ਕੁਝ ਗਾਵਾਂ ਰੱਖਦੇ ਨੇ। ਮੱਝਾਂ ਤੇ ਗਾਵਾਂ ਇਕੱਠੇ ਰੱਖਣ 'ਚ ਕੋਈ ਖਾਸ ਫਾਇਦਾ ਵੀ ਹੁੰਦਾ ਹੈ? ਫਾਇਦਾ ਇਹ ਹੀ ਹੁੰਦਾ ਵੀ ਸਾਡੇ ਤੇ ਹੈ ਹੀ ਘਰ ਦੇ ਨੇ ਜਾਨਵਰ, ਇਕੱਠੇ ਹੀ ਹੁੰਦੀਆਂ ਨੇ ਬੱਧੀਆਂ, ਤੇ ਸਾਨੂੰ ਤਾਂ ਨਹੀਂ ਕੋਈ ਫਰਕ ਮਹਿਸੂਸ ਹੋਇਆ। ਦੁੱਧ ਹੈ ਵੀ ਗਾਈਆਂ ਦਾ ਨਾ ਪਸੰਦ ਕੀਤਾ ਜਾਂਦਾ। ਅੱਛਾ, ਸਾਡੇ ਇਲਾਕੇ 'ਚ ਅਗਰ ਮੱਝਾਂ ਨਾ ਰੱਖੀਆਂ ਹੋਣ ਤੇ ਫਿਰ ਚੰਗਾ ਦੁੱਧ ਗਾਈਆਂ ਦਾ ਸਗੋਂ। ਜੀ ਮੱਝਾਂ ਨਾਲ ਹੋਣ ਤੇ ਫਿਰ ਗਾਈਆਂ ਦਾ ਵੀ ਪਸੰਦ ਕਰਦੇ ਨੇ, ਵੇਖਦਾ ਪਿਆ। ਠੀਕ ਹੈ, ਯਾਨੀ ਕਿ ਮੱਝਾਂ ਦੇ ਨਾਲ ਅਗਰ ਗਾਵਾਂ ਨੂੰ ਰੱਖਿਆ ਹੋਏ ਤੇ ਉਹਨਾਂ ਦਾ ਦੁੱਧ ਵੀ ਆਸਾਨੀ ਨਾਲ ਸੇਲ ਹੋ ਜਾਂਦਾ ਹੈ। ਵੈਸੇ ਜਿਹੜੀਆਂ ਗਾਵਾਂ ਨੇ ਉਹ ਦੁੱਧ ਜ਼ਿਆਦਾ ਦਿੰਦੀਆਂ ਨੇ, ਤੇ ਦੁੱਧ ਉਹਨਾਂ ਦਾ ਬੱਚਿਆਂ ਵਾਸਤੇ ਤੇ ਮੁਫੀਦ ਆਉਂਦੇ ਨੇ। ਤੇ ਹਲਵਾਈ ਸੰਘਣਾ ਪਨੀਰ ਸ਼ਨੀਰ ਨਹੀਂ ਨਿਕਲਦਾ, ਮਠਿਆਈ ਵਾਲੇ ਹਲਵਾਈ ਨਹੀਂ ਪਸੰਦ ਕਰਦੇ। ਮਾਸ਼ਾਅੱਲਾ, ਤੁਸੀਂ ਦੱਸਿਆ ਕਿ ਤੁਹਾਡੀਆਂ ਮੱਝਾਂ 18 ਸਿਰ 20 ਸਿਰ ਦੁੱਧ ਦਿੰਦੀਆਂ ਨੇ। ਬਿਲਕੁਲ, ਜਿਹੜੀ ਬੜੀ ਅੱਛੀ ਜਿਹੜਾ ਨਾ ਮਿਕਦਾਰ ਹੈ। ਅਗਰ ਕਿਸੇ ਭਾਈ ਦੀ ਮੱਝ ਦੁੱਧ ਕਮ ਦਿੰਦੀ ਏ, ਤੁਹਾਡੇ ਕੋਲ ਕੋਈ ਫਾਰਮੂਲਾ, ਕੋਈ ਕੁਲੀਆ ਹੈ ਕਿ ਉਹਦੀ ਮੱਝ ਦੁੱਧ ਜ਼ਿਆਦਾ ਦੇ, ਉਹ ਕੀ ਉਹਦੀ ਸੇਵਾ ਕਰੇ, ਉਹਨੂੰ ਕੀ ਖਿਲਾਏ? ਇਹ ਐਵੇਂ ਗੱਲਾਂ ਹੀ ਨੇ, ਰੱਬੋਂ ਦਿੰਦੀਆਂ ਨੇ ਦੁੱਧ। ਇਹ ਜਿਹੜਾ ਨਾ ਸੇਵਾ ਕਰਨ ਨਾਲ ਨਸਲੀ ਹੋਏ, ਨਸਲ ਦੀਆਂ ਮਈਆਂ ਹੋਣ, ਉਹ ਤਾਂ ਬਹੁਤਾ ਦਿੰਦੀਆਂ ਨੇ। ਠੀਕ ਹੈ, ਕਿਉਂਕਿ ਸਾਡੇ ਇਲਾਕੇ 'ਚ ਜਿਹੜੀ ਮਈ 10 ਕਿਲੋਆਂ ਤੋਂ ਘੱਟ ਦੁੱਧ ਦੇ ਨਾ, 9-10 ਸਿਰ ਦੇ ਨਾ ਦੇ, ਉਹ ਵਾਰਾ ਨਹੀਂ ਖਾਂਦੀ। ਠੀਕ ਹੈ, ਕਿਉਂਕਿ ਪੱਠਾ ਇੱਥੇ ਮਹਿੰਗਾ, ਹੁਣ 300-300 ਤੋਂ ਮਣ ਵੀ ਲੋਕ ਆਉਂਦੇ ਨੇ, ਪੱਠੇ ਹੋ ਗਏ ਨੇ। ਠੀਕ, ਮਾਸ਼ਾਅੱਲਾ ਸਰ, ਤੁਸੀਂ ਟੀਚਰ ਵੀ ਰਹੇ ਹੋ, ਪੜ੍ਹੇ ਲਿਖੇ ਫਾਰਮਰ ਹੋ, ਇਸ ਟਾਈਮ ਤੁਸੀਂ ਰਿਟਾਇਰ ਹੋ। ਅਗਰ ਕੋਈ ਭਾਈਆ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਤੁਹਾਡਾ ਉਹਨੂੰ ਕੀ ਮਸ਼ਵਰਾ ਹੋਏਗਾ? ਸਾਡਾ ਤੁਹਾਨੂੰ ਇਹ ਮਸ਼ਵਰਾ ਵੀ ਜੇ ਨੌਕਰਾਂ ਤੇ ਕਰਨਾ ਸੂ ਨਾ, ਤੇ ਫਿਰ ਤੇ ਪੈਸੇ ਨਾ ਜ਼ਾਇਆ ਕਰੇ। ਅੱਛਾ, ਤੇ ਜੇ ਆਪੀ ਵੀ ਨਾਲ ਸ਼ੌਕ ਰੱਖਦਾ ਕੋਈ ਜੀ ਨੇ, ਤੇ ਫਿਰ ਕੋਈ ਗੱਲ ਨਹੀਂ, ਫਿਰ ਉਹਦਾ ਕੰਮ ਸਹੀ ਹੋਏਗਾ। ਠੀਕ ਹੈ, ਅਗਰ ਜ਼ਮੀਨ ਆਪਣੀ ਨਾ ਹੋਏ ਫਿਰ ਵੀ ਸ਼ੁਰੂ ਕਰ ਸਕਦਾ ਹੈ? ਫਿਰ ਵੀ ਕੋਈ ਗੱਲ ਨਹੀਂ, ਜ਼ਮੀਨ ਦਾ ਇਹਦੇ ਨਾਲ ਕੀ ਲੈਣ ਦੇਣ। ਸਾਡੇ ਤੇ ਜ਼ਮੀਨਾਂ ਥੋੜੀਆਂ ਜ਼ਮੀਨਾਂ। ਠੀਕ ਹੈ, ਤੇ ਸਟਾਰਟ ਸ਼ੁਰੂ 'ਚ ਜਾਨਵਰ ਕਮ ਰੱਖੇ ਕਿ ਜ਼ਿਆਦਾ ਰੱਖੇ? ਇਹ ਤੇ ਆਪਣੇ ਆਪਣੇ ਵਸਾਇਲ ਦੀ ਗੱਲ। ਅੱਛਾ, ਜੇ ਪੈਸੇ ਇਨਵੈਸਟ ਕਰ ਸਕਦਾ ਕੋਈ ਬੰਦਾ, ਮਿਸਾਲ ਹੈ, ਠੀਕ ਹੈ, ਤੇ ਉਹ ਤੇ ਡੇਅਰੀ ਫਾਰਮ ਹੀ ਪਾ ਸਕਦਾ ਵੱਡਾ। ਸਾਡਾ ਤਾਂ ਰੱਬੋਂ ਹੀ ਪੈ ਗਿਆ ਨਾ, ਆਸਤਾ ਸਲੋ ਐਂਡ ਸਟੱਡੀ ਬਿਜ਼ਨਸ ਦਾ ਰੇਸ। ਜੀ, ਸਾਡੇ ਆ ਦੋ ਹਿਸਾਬ ਬਣਿਆ। ਜੀ ਨਹੀਂ ਸਰ, ਮਾਸ਼ਾਅੱਲਾ ਕਿ ਤੁਸੀਂ ਇੱਕ ਕਾਮਯਾਬ ਫਾਰਮਰ ਹੋ, ਦੂਸਰੇ ਲੋਕਾਂ ਵਾਸਤੇ ਮਿਸਾਲ ਹੋ ਕਿ ਇੱਕ ਜਾਨਵਰ ਤੋਂ ਸ਼ੁਰੂ ਕਰਕੇ ਮਾਸ਼ਾਅੱਲਾ ਐਲੀ ਸਟੇਜ ਤੇ ਹੋਣਾ। ਤੁਹਾਡੀ ਮਿਹਨਤ ਹੈ। ਹੁਣ ਨੂੰ ਤੇ ਜੇ ਸਾਡੇ ਅਸੀਂ ਵੇਚਦੇ ਨਾ, ਸਾਡੇ ਕੋਲ 100 ਬਾਝ ਗਾਂ ਹੋਣੀ ਸੀ। ਠੀਕ ਹੈ, ਮਤਲਬ ਮੁੰਡੇ ਬਾਹਰ ਟੁਰ ਕੇ ਆਖਣਾ ਬਾਹਰ ਜਾਣਾ। ਵਾਲਾ ਮੇਰੇ ਬੱਚੇ 14 ਜਮਾਤਾਂ ਪੜ੍ਹੇ ਨੇ। ਠੀਕ ਹੈ, ਤੇ ਨੌਕਰੀ ਵੀ ਨਹੀਂ ਅਸਾਂ ਕੀਤੀ, ਫਿਰ 2-4 ਹਜ਼ਾਰ ਦੀ ਨੌਕਰੀ ਕੀ ਕਰਨੀ ਹੈ, ਕੀ ਦੇ ਤਨਖਾਹਾਂ ਸਨ। ਹਾਂਜੀ ਸਰ, ਨਾਲੇ ਨੌਕਰੀ 'ਚ ਪਾਬੰਦੀ ਹੁੰਦੀ ਹੈ। ਪਾਬੰਦੀ ਵੀ, ਤੇ ਹੁਣ ਬਾਹਰ ਨੇ, ਅਸੀਂ ਵੀ ਉਮਰਾ ਸ਼ੁਮਰਾ ਕਰ ਆਏ ਹਾਂ, ਸ਼ੁਕਰ ਹੈ ਅੱਲਾ ਦਾ। ਸਾਰੇ ਜੀ ਆਪੇ ਵੀ ਉਮਰਾ ਅੱਜ ਕਰਦੇ ਨੇ ਜਦੋਂ ਮਰਜ਼ੀ ਹੈ ਜੀ। ਤੇ ਇੱਥੇ ਡੇਰੇ ਤੇ ਆਪਣਾ ਕੰਮ ਹੈ, ਸਾਨੂੰ ਨਾ ਕੋਈ ਪਾਬੰਦੀ ਹੈ ਨਾ, ਤੇ ਸ਼ੁਕਰ ਹੈ ਉਹਦੀ ਰਾਤ ਦਾ ਦੁੱਧ 10-12 ਹਜ਼ਾਰ ਦਾ ਹੋ ਜਾਂਦਾ ਮਾਸ਼ਾਅੱਲਾ। ਤੇ ਅਸੀਂ ਵੀ ਖਾਂਦੇ ਹਾਂ, ਡੰਗਰ ਵੀ ਖਾਂਦੇ ਨੇ, ਤੇ ਮੌਜ ਲੱਗੀ ਹੈ। ਲੋਕ ਵੀ ਖਾਂਦੇ ਨੇ ਜਿਹੜੇ ਠੀਕ ਹੈ ਸੰਭਾਲਦੇ ਨੇ, ਤਨਖਾਹ ਲੈਂਦੇ, ਸਭ ਕੁਝ ਕਰਦੇ। ਜੀ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਜਾਨਵਰਾਂ ਦੇ ਮੁਤਲਕ ਬੜੀ ਅੱਛੀ ਤੇ ਅਹਿਮ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।